ਪਿਆਰੇ ਬੱਚਿਓ, ਅੱਜ ਅਸੀਂ 9ਵੀਂ ਕਲਾਸ ਮੈਥ ਦੀ ਅਗਲੀ ਅਸਾਈਨਮੈਂਟ ਨੰਬਰ 166 ਨੂੰ ਸੋਲਵ ਕਰਾਂਗੇ, ਜੋ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਬਹੁਤ ਹੀ ਮਿਹਨਤ ਸਦਕਾ ਤਿਆਰ ਕੀਤੀ ਗਈ ਹੈ। ਅੱਜ ਦਾ ਸਾਡਾ ਟੌਪਿਕ ਹੈ ਸਫੀਅਰ ਗੋਲਾ, ਜੋ ਕਿ ਤੁਹਾਡੇ ਲੈਸਨ ਨੰਬਰ 13 ਦੇ ਵਿੱਚੋਂ ਲਿਆ ਗਿਆ ਟੌਪਿਕ ਹੈ, ਜਿਸ ਵਿੱਚ ਅਸੀਂ 3D ਆਕ੍ਰਿਤੀਆਂ ਦੇ ਖੇਤਰਫਲਾਂ ਬਾਰੇ ਸਮਝ ਰਹੇ ਹਾਂ। ਪਹਿਲੇ ਅਸੀਂ ਘਣ, ਘਣਾਵ, ਵੇਲਣ ਅਤੇ ਸ਼ੰਕੂ ਦੇ ਖੇਤਰਫਲਾਂ ਦੀ ਗੱਲ ਕਰ ਚੁੱਕੇ ਹਾਂ। ਅੱਜ ਅਸੀਂ ਗੋਲੇ ਦੀ ਕੁੱਲ ਸਤ੍ਹਾ ਦੇ ਖੇਤਰਫਲ ਬਾਰੇ ਸਮਝਾਂਗੇ। ਗੋਲਾ ਇੱਕ ਵਿਸ਼ੇਸ਼ ਪ੍ਰਕਾਰ ਦਾ ਠੋਸ ਹੁੰਦਾ ਹੈ। ਇਸ ਨੂੰ ਸਫੀਅਰ ਕਹਿੰਦੇ ਹਨ। ਇਸ ਦਾ ਇੱਕ ਫੇਜ਼ ਹੁੰਦਾ ਹੈ, ਇੱਕ ਤਲ। ਇਸ ਦਾ ਕੋਈ ਸਿਖਰ ਨਹੀਂ ਹੁੰਦਾ, ਜ਼ੀਰੋ ਕਾਰਨਰ, ਅਤੇ ਇਸ ਦਾ ਕੋਈ ਵੀ ਕਿਨਾਰਾ ਨਹੀਂ ਹੁੰਦਾ, ਜ਼ੀਰੋ ਐਜ। ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਗੋਲੇ ਨੂੰ ਬਹੁਤ ਸਾਰੀਆਂ ਉਦਾਹਰਨਾਂ ਦੇ ਰੂਪ ਵਿੱਚ ਦੇਖਿਆ ਹੋਵੇਗਾ, ਜਿਵੇਂ ਕਿ ਬਾਲ, ਫੁੱਟਬਾਲ, ਵਾਲੀਬਾਲ, ਕ੍ਰਿਕਟ ਵਾਲੀ ਬਾਲ, ਵਾਟਰਮੈਲਨ, ਖਰਬੂਜਾ, ਕੋਈ ਫਰੂਟ ਜਿਸ ਤਰ੍ਹਾਂ ਔਰੇਂਜ ਹੋ ਗਿਆ, ਸਬਜ਼ੀਆਂ ਦੇ ਵਿੱਚੋਂ ਟਮਾਟਰ, ਮਟਰਾਂ ਦੇ ਦਾਣੇ, ਇਹ ਸਾਰੇ ਗੋਲਾਕਾਰ ਆਕ੍ਰਿਤੀਆਂ ਹਨ। ਇਸ ਤੋਂ ਇਲਾਵਾ ਸੌਰ ਮੰਡਲ ਦੇ ਵਿੱਚ ਸੂਰਜ ਹੈ, ਬਾਕੀ ਸਾਰੇ ਗ੍ਰਹਿ ਨੇ, ਇਹ ਵੀ ਸਫੈਰੀਕਲ ਹਨ, ਗੋਲਾਕਾਰ ਹਨ। ਕਾਫੀ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਸਫੀਅਰ ਕੀ ਹੈ ਅਤੇ ਸਰਕਲ ਕੀ ਹੈ। ਇਹ ਦੋਨਾਂ ਨੂੰ ਮੈਚ ਕਰ ਦਿੰਦੇ ਨੇ ਕਿ ਇਕੁਅਲ ਹੈ, ਲੇਕਿਨ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਕਿ ਸਫੀਅਰ ਅਤੇ ਸਰਕਲ ਆਪਸ ਵਿੱਚ ਇਕੁਅਲ ਨਹੀਂ ਹਨ, ਇੱਕ ਦੂਸਰੇ ਦੇ ਬਰਾਬਰ ਨਹੀਂ ਹਨ, ਇੱਕੋ ਜਿਹੇ ਨਹੀਂ ਹਨ, ਇਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ। ਸਰਕਲ ਇੱਕ 2D ਆਬਜੈਕਟ ਹੈ। ਸਰਕਲ ਨੂੰ ਅਸੀਂ ਚੱਕਰ ਕਹਿੰਦੇ ਹਾਂ ਅਤੇ ਸਫੀਅਰ ਨੂੰ ਅਸੀਂ ਗੋਲਾ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਇਹ ਵੀ ਮੈਂ ਲਿਖ ਦਿੰਦੀ ਹਾਂ, ਠੀਕ ਹੈ। ਚੱਕਰ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਚੱਕਰ ਇੱਕ 2D ਆਬਜੈਕਟ ਹੈ, ਜਿਹਨੂੰ ਅਸੀਂ ਡਾਇਗਰਾਮੈਟੀਕਲੀ ਡਰਾ ਕਰ ਸਕਦੇ ਹਾਂ ਕਿਸੇ ਪੇਜ ਦੇ ਉੱਪਰ, ਕਿਸੇ ਪੇਪਰ 'ਤੇ, ਜਾਂ ਬਲੈਕ ਬੋਰਡ ਕਾਪੀ 'ਤੇ ਅਸੀਂ ਬਣਾ ਸਕਦੇ ਹਾਂ ਸਰਕਲ, ਠੀਕ ਹੈ। ਇੱਕ 2D ਆਬਜੈਕਟ ਹੈ ਜਿਹਦੀ ਸਿਰਫ 2 ਡਾਇਮੈਂਸ਼ਨਸ ਹੁੰਦੀਆਂ ਹਨ, ਜਦ ਕਿ ਗੋਲਾ ਜਿਹੜਾ ਹੈ ਸਫੀਅਰ, ਉਹ ਇੱਕ 3D ਆਬਜੈਕਟ ਹੈ, ਜਿਹਨੂੰ ਅਸੀਂ ਫੜ ਸਕਦੇ ਹਾਂ, ਠੋਸ ਵਸਤੂ ਹੈ ਜਿਹਨੂੰ ਅਸੀਂ ਫੜ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਰਕਲ ਦੀ ਇੱਕ ਬਾਉਂਡਰੀ ਲਾਈਨ ਹੁੰਦੀ ਹੈ। ਇਹ ਜਿਹੜੀ ਲਾਈਨ ਹੈ ਬਾਉਂਡਰੀ ਲਾਈਨ, ਜਿਹਨੂੰ ਅਸੀਂ ਸਰਕਮਫਰੈਂਸ ਆਫ ਸਰਕਲ ਜਾਂ ਚੱਕਰ ਦਾ ਘੇਰਾ ਕਹਿੰਦੇ ਹਾਂ। ਇਸੇ ਤਰ੍ਹਾਂ ਸਫੀਅਰ ਜਿਹੜਾ ਹੈ, ਉਹਦੀ ਕੋਈ ਬਾਉਂਡਰੀ ਲਾਈਨ ਨਹੀਂ ਹੈਗੀ। ਇਹਦਾ ਇੱਕੋ ਹੀ ਸਰਫੇਸ ਹੁੰਦਾ ਹੈ, ਇੱਕੋ ਹੀ ਤਲ ਹੁੰਦਾ ਹੈ, ਕਰਵਡ ਸਰਫੇਸ, ਜਾਂ ਇੱਕੋ ਹੀ ਸਤ੍ਹਾ ਹੁੰਦੀ ਹੈ ਇਹਦੀ, ਠੀਕ ਹੈ। ਕੋਈ ਇਹਨੂੰ ਅਸੀਂ ਸਾਈਡ ਤੋਂ ਨਹੀਂ ਕਹਿ ਸਕਦੇ, ਕੋਈ ਬਾਉਂਡਰੀ ਨਹੀਂ ਅਸੀਂ ਬਣਾ ਸਕਦੇ, ਇਹਦੀ ਇੱਕੋ ਹੀ ਕਰਵਡ ਸਤ੍ਹਾ ਹੁੰਦੀ ਹੈ। ਇਹਦੀਆਂ ਦੋ ਚੀਜ਼ਾਂ ਸੇਮ ਵੀ ਹਨ। ਕਿਹੜੀਆਂ ਚੀਜ਼ਾਂ ਸੇਮ ਹਨ? ਦੇਖੋ, ਇੱਕ ਸਰਕਲ ਦਾ ਵੀ ਪੁਆਇੰਟ ਹੁੰਦਾ ਹੈ। ਪੁਆਇੰਟ ਮਤਲਬ ਇਹ ਦੇਖੋ ਧਿਆਨ ਨਾਲ, ਪੁਆਇੰਟ ਅਸੀਂ ਇਹ ਲੈ ਰਹੇ ਹਾਂ ਸੈਂਟਰ ਪੁਆਇੰਟ, ਠੀਕ ਹੈ। ਸੈਂਟਰ 'ਚ ਇੱਕ ਪੁਆਇੰਟ ਹੁੰਦਾ ਜਿਹਨੂੰ ਅਸੀਂ ਕੇਂਦਰ ਕਹਿੰਦੇ ਹਾਂ, ਕੇਂਦਰ ਬਿੰਦੂ। ਇਸੇ ਤਰ੍ਹਾਂ ਸਫੀਅਰ ਦਾ ਵੀ ਇੱਕ ਕੇਂਦਰ ਬਿੰਦੂ ਹੁੰਦਾ ਹੈ, ਸਰਕਲ ਦਾ ਵੀ ਇੱਕ ਰੇਡੀਅਸ ਹੁੰਦਾ ਹੈ, ਸਫੀਅਰ ਦਾ ਵੀ ਇੱਕ ਰੇਡੀਅਸ ਹੁੰਦਾ ਹੈ। ਇਹ ਦੋ ਚੀਜ਼ਾਂ ਇਹਦੇ 'ਚ ਕਾਮਨ ਵੀ ਹੈਗੀਆਂ ਨੇ, ਠੀਕ ਹੈ। ਲੇਕਿਨ ਇਹਨਾਂ ਦੇ ਵਿੱਚ ਫਰਕ ਹੈਗਾ ਕਿ ਇਹਨਾਂ ਨੂੰ ਅਸੀਂ ਈਜ਼ੀਲੀ ਡਰਾ ਕਰ ਸਕਦੇ ਹਾਂ, 2D ਆਬਜੈਕਟ ਹੈਗੀਆਂ। ਇਹਨਾਂ ਨੂੰ ਡਰਾ ਕਰਨ ਲੱਗਿਆ ਸਾਨੂੰ ਸ਼ੇਡਿੰਗ ਕਰਨੀ ਪੈਂਦੀ ਹੈ ਥੋੜ੍ਹੀ ਜਿਹੀ, ਤਾਂ ਹੀ ਕਰਕੇ ਮੈਂ ਇੱਥੇ ਸ਼ੋਅ ਕੀਤਾ ਹੋਇਆ, ਕਲਰ ਸ਼ੋਅ ਕੀਤਾ ਹੋਇਆ ਇੱਕ ਬਾਲ ਦੀ ਤਰ੍ਹਾਂ। ਜਦੋਂ ਤੁਸੀਂ ਸਫੀਅਰ ਨੂੰ ਤਾਂ ਗੋਲੇ ਨੂੰ ਦੇਖੋਗੇ, ਤੁਸੀਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਣਾ ਕਿ ਬਾਲ ਦੀ ਤਰ੍ਹਾਂ ਜਾਂ ਇੱਕ ਫੁੱਟਬਾਲ ਦੀ ਤਰ੍ਹਾਂ ਇਮੈਜਿਨ ਕਰੋਗੇ। ਗੋਲਾ ਬਾਕੀ ਸਾਰੀਆਂ 3D ਆਕ੍ਰਿਤੀਆਂ ਜਿੰਨੀਆਂ ਵੀ ਹੁਣ ਤੱਕ ਅਸੀਂ ਪੜ੍ਹੀਆਂ ਨੇ, ਬਾਕੀਆਂ ਸਾਰਿਆਂ ਨਾਲੋਂ ਸਪੈਸ਼ਲ ਹੈ, ਇੱਕ ਸਪੈਸ਼ਲ ਕਾਈਂਡ ਆਫ ਸੋਲਿਡ ਹੈ, ਠੀਕ ਹੈ। ਕਿਹੜੀ ਹੁਣ ਪ੍ਰੋਪਰਟੀ ਹੈ ਜਿਹੜੀ ਇਹਨੂੰ ਬਾਕੀ ਆਕ੍ਰਿਤੀਆਂ ਦੇ ਨਾਲੋਂ ਵਿਸ਼ੇਸ਼ ਬਣਾਉਂਦੀ ਹੈ? ਮੈਂ ਉਹ ਸਮਝਾਉਣ ਲੱਗੀ ਹਾਂ ਤੁਹਾਨੂੰ ਕਿ ਸਫੀਅਰ ਜੋ ਹੈ, ਬਾਕੀ ਜਿਹੜੀਆਂ 3D ਸ਼ੇਪਸ ਹਨ, ਇਹ 4 3D ਸ਼ੇਪਸ ਅਸੀਂ ਪੜ੍ਹ ਚੁੱਕੇ ਹਾਂ, ਘਣਾਵ, ਘਣ, ਸ਼ੰਕੂ ਅਤੇ ਵੇਲਣ। ਇਹਨਾਂ ਚਾਰਾਂ ਦੇ ਨਾਲੋਂ ਸਪੈਸ਼ਲ ਹੈ, ਕੁਝ ਵੱਖਰਾ ਹੈ ਇਹਦੇ ਵਿੱਚ। ਹੁਣ ਵੱਖਰਾ ਕੀ ਹੈ ਕਿ ਇਹ ਚਾਰੋਂ ਜਿਹੜੀਆਂ ਸ਼ੇਪਸ ਨੇ, ਇਹਨਾਂ ਚਾਰਾਂ ਦੇ ਐਜ ਹੁੰਦੇ ਨੇ, ਕਿਨਾਰੇ ਹੁੰਦੇ ਨੇ, ਜਦ ਕਿ ਸਫੀਅਰ ਦਾ ਕੋਈ ਵੀ ਕਿਨਾਰਾ ਨਹੀਂ ਹੁੰਦਾ। ਜਦੋਂ ਵੀ ਧਰਤੀ ਦੇ ਉੱਪਰ ਅਸੀਂ ਇਹਨਾਂ ਚਾਰਾਂ ਵਸਤੂਆਂ ਨੂੰ ਰੱਖਦੇ ਹਾਂ, ਘਣ, ਘਣਾਵ, ਸ਼ੰਕੂ ਅਤੇ ਵੇਲਣ, ਜਦੋਂ ਅਸੀਂ ਧਰਤੀ 'ਤੇ ਰੱਖਾਂਗੇ, ਇਹਨਾਂ ਦਾ ਕੋਈ ਨਾ ਕੋਈ ਕਿਨਾਰਾ ਟੱਚ ਕਰੇਗਾ ਜ਼ਮੀਨ ਨੂੰ। ਲੇਕਿਨ ਜਦੋਂ ਅਸੀਂ ਸਫੀਅਰ ਨੂੰ ਜਾਂ ਗੋਲੇ ਨੂੰ ਧਰਤੀ ਦੇ ਨਾਲ ਅਸੀਂ ਧਰਤੀ ਦੇ ਉੱਪਰ ਰੱਖਦੇ ਹਾਂ, ਇਹਦਾ ਸਿਰਫ ਇੱਕ ਬਿੰਦੂ, ਇਹਦਾ ਸਿਰਫ ਇੱਕ ਪੁਆਇੰਟ ਹੀ ਜਿਹੜਾ ਹੈ ਉਹ ਜ਼ਮੀਨ ਨੂੰ ਟੱਚ ਕਰੇਗਾ, ਕਿਉਂਕਿ ਇਹਦਾ ਸਰਫੇਸ ਕੀ ਹੈ? ਇਹਦਾ ਸਰਫੇਸ ਤੇ ਕਰਵਡ ਸਰਫੇਸ ਹੈ, ਠੀਕ ਹੈ। ਇਸ ਕਰਕੇ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਸਫੀਅਰ ਨੂੰ ਜਦੋਂ ਅਸੀਂ ਜ਼ਮੀਨ 'ਤੇ ਰੱਖਦੇ ਹਾਂ, ਇਹਦਾ ਇੱਕੋ ਬਿੰਦੂ, ਇੱਕੋ ਹੀ ਪੁਆਇੰਟ ਜਿਹੜਾ ਧਰਤੀ ਨੂੰ ਛੂਹ ਰਿਹਾ ਹੈ, ਬਾਕੀ ਸਾਰਿਆਂ ਦੇ ਕਿਨਾਰੇ ਛੂਹ ਰਹੇ ਹਨ। ਹੁਣ ਅਸੀਂ ਇਹਦੇ ਖੇਤਰਫਲ ਦੀ ਗੱਲ ਕਰਦੇ ਹਾਂ।
ਖੇਤਰਫਲ, ਗੋਲੇ ਦਾ ਖੇਤਰਫਲ। ਜਿਵੇਂ ਕਿ ਅਸੀਂ ਪਹਿਲੇ ਪੜ੍ਹ ਚੁੱਕੇ ਸੀਗੇ, ਪਿਛਲੀਆਂ ਜਿਹੜੀ ਅਸਾਈਨਮੈਂਟ ਸੀਗੀਆਂ ਉਹਨਾਂ ਵਿੱਚ ਅਸੀਂ ਖੇਤਰਫਲ ਜਦੋਂ ਕਰਾਏ ਸੀਗੇ, ਮੈਂ ਤੁਹਾਨੂੰ ਸਾਰੀਆਂ ਸਤਹਾਂ ਨੂੰ ਖੋਲ੍ਹ ਕੇ ਦੱਸਿਆ ਸੀਗਾ, ਭਾਵੇਂ ਘਣ ਸੀਗਾ, ਘਣਾਵ ਸੀਗਾ, ਸ਼ੰਕੂ ਜਾਂ ਵੇਲਣ, ਉਹਨਾਂ ਸਤਹਾਂ ਨੂੰ ਅਸੀਂ ਖੋਲ੍ਹਿਆ, ਠੀਕ ਹੈ, ਅਤੇ ਉਹਨਾਂ ਸਾਰਿਆਂ ਨੂੰ ਅਸੀਂ ਕੋਈ ਨਾ ਕੋਈ ਆਕ੍ਰਿਤੀ ਵਿੱਚ ਬਦਲ ਲਿਆ ਅਤੇ ਉੱਥੋਂ ਅਸੀਂ ਖੇਤਰਫਲ ਪਤਾ ਕਰ ਲਏ। ਹੁਣ ਅਸੀਂ ਗੋਲੇ ਨੂੰ ਕਿਵੇਂ ਕਰਾਂਗੇ? ਗੋਲੇ ਨੂੰ ਸਾਰੇ ਨੂੰ ਤੁਸੀਂ ਓਪਨ ਨਹੀਂ ਕਰ ਸਕਦੇ, ਇਹੋ ਜਿਹੀ 3D ਆਕ੍ਰਿਤੀ ਦੇ ਅਸੀਂ ਵਿਊਜ਼ ਦੇਖਦੇ ਹਾਂ, ਜਿਸ ਤਰ੍ਹਾਂ ਉਹਦਾ ਟੌਪ ਵਿਊ ਕਿਵੇਂ ਦਾ ਹੈ, ਫਰੰਟ ਤੋਂ ਕਿਵੇਂ ਦਾ ਨਜ਼ਰ ਆਉਂਦਾ ਹੈ, ਉਹ ਬੈਕ ਤੋਂ ਕਿਵੇਂ ਨਜ਼ਰ ਆਉਂਦਾ ਹੈ, ਸਾਈਡ ਤੋਂ ਕਿਵੇਂ ਨਜ਼ਰ ਆਉਂਦਾ ਹੈ। ਬੱਚਿਓ, ਸਫੀਅਰ ਨੂੰ ਅਸੀਂ ਇਹਦੇ 4 ਵਿਊਜ਼ ਦੇਖਣੇ ਹਨ। ਕਿਸੇ ਵੀ 3D ਆਕ੍ਰਿਤੀ ਦੇ ਜਦੋਂ ਅਸੀਂ ਪਹਿਚਾਣ ਕਰਨੀ ਹੁੰਦੀ ਹੈ ਨਾ, ਇਹਦੇ 4 ਤਰ੍ਹਾਂ ਦੇ ਵਿਊਜ਼ ਦੇਖਦੇ ਹਾਂ ਅਸੀਂ। ਟੌਪ ਤੋਂ ਕਿਵੇਂ ਦਾ ਨਜ਼ਰ ਆ ਰਿਹਾ, ਦੇਖੋ ਸਰਕਲ ਨਜ਼ਰ ਆ ਰਿਹਾ, ਸਾਹਮਣੇ ਤੋਂ ਵੀ ਸਰਕਲ ਨਜ਼ਰ ਆ ਰਿਹਾ ਹੈ, ਹੇਠਾਂ ਤੋਂ ਵੀ ਇਹ ਸਰਕਲ ਨਜ਼ਰ ਆ ਰਿਹਾ, ਕਿ ਚੱਕਰ ਵਾਂਗੂ ਨਜ਼ਰ ਆ ਰਿਹਾ, ਸਾਈਡ ਤੋਂ ਭਾਵੇਂ ਦੇਖ ਲਓ ਇਹ ਚੱਕਰ ਵਾਂਗੂ ਹੀ ਨਜ਼ਰ ਆ ਰਿਹਾ। ਇਹਦਾ ਮਤਲਬ ਹੈ ਕਿ ਸਫੀਅਰ ਦੇ ਚਾਰੋਂ ਜਿਹੜੇ ਵਿਊਜ਼ ਨੇ, ਭਾਵੇਂ ਉਹ ਟੌਪ ਵਿਊ ਹੈ, ਸਾਹਮਣੇ ਉੱਪਰੋਂ ਦੇਖੋ, ਟੌਪ ਤੋਂ ਦੇਖੋ, ਭਾਵੇਂ ਬਾਟਮ ਤੋਂ, ਭਾਵੇਂ ਹੇਠਾਂ ਵਾਲਾ ਵਿਊ ਦੇਖੋ, ਭਾਵੇਂ ਸਾਹਮਣੇ ਵਾਲਾ ਫਰੰਟ ਵਿਊ ਦੇਖੋ, ਭਾਵੇਂ ਸਾਈਡ ਤੋਂ ਵਿਊ ਦੇਖੋ, ਉਹ ਸਾਰੇ ਚਾਰੋਂ ਜਿਹੜੇ ਵਿਊਜ਼ ਨੇ ਉਹਦੇ ਚੱਕਰਾਕਾਰ ਹਨ, ਠੀਕ ਹੈ, ਚੱਕਰ ਆਕਾਰ ਦੇ ਹਨ, ਇੱਕੋ ਜਿਹੇ ਸਾਈਜ਼ ਦੇ ਚੱਕਰਾਕਾਰ ਹਨ। ਇਹਦਾ ਮਤਲਬ ਹੈ ਕਿ ਸਫੀਅਰ ਦਾ ਜਿਹੜਾ ਖੇਤਰਫਲ ਹੋਵੇਗਾ ਉਹ ਚਾਰੋਂ ਚੱਕਰਾਂ ਦੇ ਖੇਤਰਫਲ ਦੇ ਬਰਾਬਰ ਹੋਵੇਗਾ। ਇੱਕ ਚੱਕਰ ਦਾ ਖੇਤਰਫਲ ਹੁੰਦਾ πr², ਆ ਦੇਖੋ ਦੂਸਰੇ ਦਾ ਵੀ πr², ਤੀਸਰੇ ਦਾ ਵੀ, ਚੌਥੇ ਦਾ ਵੀ, ਸਾਰਿਆਂ ਦੇ ਖੇਤਰਫਲ ਨੂੰ ਜੋੜ ਲਿਆ ਅਤੇ ਸਾਡੇ ਕੋਲ ਫਿਰ ਸਰਫੇਸ ਏਰੀਆ ਆ ਗਿਆ ਸਫੀਅਰ ਦਾ 4πr²। ਇਸੇ ਕਰਕੇ ਅਸੀਂ ਕਹਿੰਦੇ ਹਾਂ ਸਰਫੇਸ ਏਰੀਆ ਆਫ ਸਕੇਅਰ, ਇਹਦਾ ਫਾਰਮੂਲਾ ਬਣ ਗਿਆ 4πr²। ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਹੈ 4πr²। ਬੱਚਿਆਂ ਨੂੰ ਯਾਦ ਕਰਨਾ ਬਸ ਤੁਸੀਂ ਬਹੁਤ ਧਿਆਨ ਨਾਲ ਕਿ ਇਹਦੇ 'ਚ ਸਿਰਫ ਇੱਕੋ ਹੀ ਚੀਜ਼ ਆ ਰਹੀ ਹੈ, ਠੀਕ ਹੈ, ਉਹ ਹੈਗੀ ਹੈ ਸਿਰਫ r, ਅਤੇ r ਵਾਲਾ ਇੱਕੋ ਹੀ ਫਾਰਮੂਲਾ ਹੈ ਸਾਡੇ ਕੋਲ ਗੋਲੇ ਦਾ, ਕਿਉਂਕਿ ਬਾਕੀ ਸਾਰੇ ਫਾਰਮੂਲੇ ਦੇ ਵਿੱਚ ਕਿਸੇ ਵਿੱਚ ਉਚਾਈ ਸੀਗੀ h ਸੀਗੀ, ਕਿਸੇ 'ਚ ਬ੍ਰੈਥ ਸੀਗੀ b ਸੀਗੀ, ਕਿਸੇ 'ਚ ਤਿਰਛੀ ਉਚਾਈ ਆ ਰਹੀ ਹੈ, ਠੀਕ ਹੈ, ਕਿਸੇ ਦੇ ਵਿੱਚ ਅਰਧ ਵਿਆਸ r ਆ ਰਿਹਾ ਹੈ, ਕੋਈ ਨਾ ਕੋਈ ਹੋਰ ਇਕਾਈਆਂ ਸੀਗੀਆਂ। ਇਹਦੇ ਵਿੱਚ ਸਿਰਫ ਇੱਕੋ ਹੀ ਚੀਜ਼ ਹੈ ਅਰਧ ਵਿਆਸ, ਠੀਕ ਹੈ, ਅਤੇ ਇਹ ਫਾਰਮੂਲਾ ਕਿਹੜਾ ਹੋਏਗਾ? ਚੱਕਰ ਦਾ ਗੋਲੇ ਦਾ ਫਾਰਮੂਲਾ 4πr², ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ। ਬੱਚਿਓ, ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਐਕਟੀਵਿਟੀ ਸਿਖਾ ਦਿੰਦੀ ਹਾਂ ਕਿ ਗੋਲੇ ਦੇ ਖੇਤਰਫਲ ਨੂੰ ਯਾਦ ਰੱਖਣ ਦਾ ਇੱਕ ਸੌਖਾ ਤਰੀਕਾ ਹੋਰ ਹੈਗਾ। ਉਹ ਹੈਗਾ ਕਿ 4 ਇੱਕੋ ਜਿਹੀਆਂ ਚੂੜੀਆਂ ਲੈ ਲਓ ਜਾਂ 4 ਇੱਕੋ ਸਾਈਜ਼ ਦੇ ਕੜੇ ਲੈ ਲਓ, ਠੀਕ ਹੈ, ਪਤਲੇ ਪਤਲੇ ਕੜੇ, ਉਹਨਾਂ ਨੂੰ ਫਿਕਸ ਕਰਕੇ ਦੇਖੋ। 4 ਕੜਿਆਂ ਨੂੰ ਇਸ ਤਰੀਕੇ ਨਾਲ ਅਰੇਂਜ ਕਰੋ ਜਿਸ ਤਰ੍ਹਾਂ ਮੈਂ ਸਾਹਮਣੇ ਐਕਟੀਵਿਟੀ ਦੇ ਵਿੱਚ ਅਰੇਂਜ ਕੀਤੇ ਹੋਏ ਨੇ, ਠੀਕ ਹੈ। ਉਹ ਤੁਹਾਨੂੰ ਕਿਵੇਂ ਦੇ ਨਜ਼ਰ ਆਉਣਗੇ? 4 ਚੱਕਰਾਂ ਨੂੰ ਜਦੋਂ ਤੁਸੀਂ ਮਿਲਾ ਦੋਗੇ ਨਾ, ਇਸ ਤਰੀਕੇ ਨਾਲ ਫਿਕਸ ਕਰੋਗੇ ਕਿ ਚਾਰੋਂ ਇੱਕ ਦੂਸਰੇ ਦੇ ਵਿੱਚ ਇਨਵੋਲਵ ਹੋ ਜਾਣ ਅੱਛੀ ਤਰ੍ਹਾਂ ਦੇ ਨਾਲ, ਉਹਦੇ ਨਾਲ ਤੁਹਾਨੂੰ ਆਕ੍ਰਿਤੀ ਨਜ਼ਰ ਆਵੇਗੀ, ਇੱਕ ਚੱਕਰਾਕਾਰ ਨਜ਼ਰ ਆਵੇਗੀ, ਜਿਸ ਤਰ੍ਹਾਂ ਡਾਇਗ੍ਰਾਮ ਦੇ ਵਿੱਚ ਤੁਹਾਨੂੰ ਮੈਂ ਸ਼ੋਅ ਕਰਾ ਰਹੀ ਹਾਂ, ਠੀਕ ਹੈ। ਇਹਦਾ ਮਤਲਬ ਹੈ ਇੱਥੋਂ ਤੁਸੀਂ ਈਜ਼ੀਲੀ ਯਾਦ ਕਰ ਸਕਦੇ ਹੋ ਕਿ ਇੱਕ ਗੋਲਾ ਜਿਹੜਾ ਉਹ 4 ਚੱਕਰਾਂ ਤੋਂ ਮਿਲ ਕੇ ਬਣਿਆ ਹੋਇਆ। ਇਸ ਕਰਕੇ ਜਿਹੜਾ ਗੋਲੇ ਦਾ ਖੇਤਰਫਲ ਹੈ ਉਹ 4 ਚੱਕਰਾਂ ਨੂੰ ਮਿਲਾ ਕੇ ਬਣ ਗਿਆ 4πr²। ਇਹ ਯਾਦ ਕਰਨ ਦਾ ਇੱਕ ਸੌਖਾ ਤਰੀਕਾ ਹੈ। ਚਲੋ ਬੱਚਿਓ, ਹੁਣ ਅਸੀਂ ਆਪਣੀ ਅਸਾਈਨਮੈਂਟ 'ਤੇ ਚੱਲਦੇ ਹਾਂ ਕਿ ਅਸਾਈਨਮੈਂਟ ਦੇ ਕੁਐਸਚਨਸ ਕੀ ਹਨ ਸਾਡੇ। ਪਹਿਲਾ ਕੁਐਸਚਨ ਹੈ 10.5 ਸੈਂਟੀਮੀਟਰ ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਆ ਸਾਡੇ ਕੋਲ ਇੱਕ ਡਾਇਗ੍ਰਾਮ ਬਣਿਆ ਹੋਇਆ, 10.5 ਸੈਂਟੀਮੀਟਰ ਰੇਡੀਅਸ ਦਿੱਤਾ ਹੋਇਆ ਸਾਨੂੰ, ਠੀਕ ਹੈ। ਇਹਦਾ ਅਸੀਂ ਖੇਤਰਫਲ ਪਤਾ ਕਰਨਾ ਹੈ, ਅਤੇ ਬਹੁਤ ਈਜ਼ੀ ਕੁਐਸਚਨ ਹੈ। ਕਿਵੇਂ ਅਸੀਂ ਕਰਾਂਗੇ? ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਲਗਾ ਲਓ, ਉਹ ਹੁੰਦਾ 4πr²। ਜਿੱਥੇ ਜਿੱਥੇ r ਹੈਗਾ ਉੱਥੇ ਤੁਸੀਂ 10.5 ਫਿਲ ਕਰ ਦਿਓ। ਇਹ ਬਣ ਗਿਆ ਸਾਡੇ ਕੋਲ 4 ਗੁਣਾ 22/7। 22/7 ਕਿੱਥੋਂ ਆਇਆ? ਪਾਈ ਦੀ ਵੈਲਿਊ ਫਿਲ ਕਰਕੇ। 10.5 ਰੇਡੀਅਸ ਸੀਗਾ, ਉਹਦੀ ਪਾਵਰ 2 ਕੀਤੀ। ਹੁਣ ਇਹਨੂੰ ਸਾਰੀਆਂ ਟਰਮਸ ਨੂੰ ਸੋਲਵ ਕੀਤਾ ਅਤੇ ਸਾਡੇ ਕੋਲ ਆਨਸਰ ਬਣ ਗਿਆ 1386 ਵਰਗ ਸੈਂਟੀਮੀਟਰ। ਬਹੁਤ ਈਜ਼ੀ ਕੁਐਸਚਨ ਸੀਗਾ। r ਸਾਨੂੰ ਦਿੱਤਾ ਸੀਗਾ ਔਰ ਅਸੀਂ ਫਾਰਮੂਲਾ ਅਪਲਾਈ ਕਰਨਾ ਹੈ 4πr²। ਚਲੋ ਹੁਣ ਅਸੀਂ ਦੂਸਰਾ ਕੁਐਸਚਨ ਕਰਦੇ ਹਾਂ। 0.5 ਮੀਟਰ ਵਿਆਸ ਵਾਲੇ
ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਹੁਣ ਅਸੀਂ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਲਗਾਵਾਂਗੇ 4 ਪਾਈ ਆਰ ਸਕੁਏਅਰ। ਬੱਚਿਓ ਸਾਨੂੰ ਕੁਐਸਚਨ ਦੇ ਵਿੱਚ ਵਿਆਸ ਦਿੱਤਾ ਹੋਇਆ ਹੈ, ਫਾਰਮੂਲੇ ਦੇ ਵਿੱਚ ਸਾਨੂੰ ਆਰ ਚਾਹੀਦਾ, ਤੇ ਆਰ ਤਾਂ ਅਰਧ ਵਿਆਸ ਹੁੰਦਾ ਹੈ, ਤੇ ਬਹੁਤ ਈਜ਼ੀ ਹੈ, ਅਸੀਂ ਵਿਆਸ ਨੂੰ ਅੱਧਾ ਕਰ ਲਵਾਂਗੇ। ਠੀਕ ਹੈ, ਵਿਆਸ ਨੂੰ ਅੱਧਾ ਮਤਲਬ 3.5 ਨੂੰ ਅਸੀਂ 2 ਨਾਲ ਭਾਗ ਕਰ ਲਿਆ, 2 ਨਾਲ ਅਸੀਂ ਇਹਨੂੰ ਡਿਵਾਈਡ ਕਰ ਲਾਂਗੇ ਔਰ ਸਾਡੇ ਕੋਲ ਅਰਧ ਵਿਆਸ ਆ ਜਾਏਗਾ 1.75 ਮੀਟਰ। ਹੁਣ ਅਸੀਂ ਜਿੱਥੇ ਜਿੱਥੇ ਆਰ ਹੈਗਾ ਉੱਥੇ ਉੱਥੇ ਅਸੀਂ 1.75 ਭਰ ਦਾਂਗੇ। ਫਾਰਮੂਲੇ ਦੇ ਵਿੱਚ ਆਰ ਦੀ ਪਾਵਰ 2 ਹੈ, ਇਸ ਕਰਕੇ ਅਸੀਂ 2 ਵਾਰੀ ਫਿਲ ਕਰਤਾ, ਤੇ ਸਾਡੇ ਕੋਲ ਇਹ ਚਾਰਾਂ ਟਰਮਸ ਨੂੰ ਗੁਣਾ ਕਰਕੇ ਆਨਸਰ ਆ ਗਿਆ 38.5 ਵਰਗ ਮੀਟਰ। ਹੁਣ ਅਸੀਂ ਇਹਦਾ ਅਗਲਾ ਕੁਐਸਚਨ ਕਰਦੇ ਹਾਂ। ਚੰਨ ਦਾ ਵਿਆਸ ਧਰਤੀ ਦੇ ਵਿਆਸ ਦਾ 1/4 ਹੈ। ਤੀਸਰਾ ਕੁਐਸਚਨ ਹੈ ਇਸ ਅਸਾਈਨਮੈਂਟ ਦਾ। ਚੰਨ ਦਾ ਵਿਆਸ ਧਰਤੀ ਦੇ ਵਿਆਸ ਦਾ 1/4 ਹੈ। ਇਹਨਾਂ ਦੋਨਾਂ ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ। ਬੜਾ ਇੰਟਰਸਟਿੰਗ ਕੁਐਸਚਨ ਹੈ ਵਾਲਾ, ਥੋੜਾ ਜਿਹਾ ਟ੍ਰਿਕੀ ਕੁਐਸਚਨ ਹੈ ਕਿ ਇਹਦੇ ਵਿੱਚ ਕੋਈ ਵੀ ਸਾਨੂੰ ਡਾਇਰੈਕਟ ਸਟੇਟਮੈਂਟ ਨਹੀਂ ਦਿੱਤੀ ਹੋਈ, ਸਾਨੂੰ ਚੰਨ ਤੇ ਧਰਤੀ ਦੋਨਾਂ ਦੇ ਖੇਤਰਫਲਾਂ ਦਾ ਅਨੁਪਾਤ ਪੁੱਛਿਆ ਹੋਇਆ ਕਿ ਚੰਨ ਤੇ ਧਰਤੀ ਇਹਨਾਂ ਦੇ ਖੇਤਰਫਲ ਕੱਢ ਕੇ ਉਹਨਾਂ ਦਾ ਅਨੁਪਾਤ ਅਸੀਂ ਲਿਖਣਾ ਆ ਕਿ ਅਨੁਪਾਤ ਕਿੰਨਾ ਆਉਂਦਾ ਹੈ। ਠੀਕ ਹੈ, ਇਹਨੂੰ ਅਸੀਂ ਸੋਲਵ ਕਰਦੇ ਹਾਂ। ਮੰਨ ਲਓ ਧਰਤੀ ਦਾ ਅਰਧ ਵਿਆਸ ਆਰ ਹੈ। ਅਸੀਂ ਮੰਨ ਲਿਆ ਕਿ ਧਰਤੀ ਦਾ ਜਿਹੜਾ ਅਰਧ ਵਿਆਸ ਹੈ ਉਹ ਆਰ ਹੈ। ਠੀਕ ਹੈ, ਤੇ ਇਹਦਾ ਮਤਲਬ ਜਦੋਂ ਸਾਨੂੰ ਜ਼ਰੂਰਤ ਪੈਣੀ ਆ ਕਿ ਚੰਨ ਦਾ ਪਹਿਲੇ ਖੇਤਰਫਲ ਕੱਢਣਾ ਹੈ, ਧਰਤੀ ਦਾ ਫਿਰ ਖੇਤਰਫਲ ਕੱਢਣਾ ਹੈ, ਉਹਨਾਂ ਦੋਨਾਂ ਨੂੰ ਭਾਗ ਕਰਨਾ ਸੀ, ਤੇ ਧਰਤੀ ਦਾ ਖੇਤਰਫਲ ਤੇ ਬੱਚਿਓ ਸਿੱਧਾ ਹੀ ਬਣ ਜਾਣਾ ਸਾਡੇ ਕੋਲ ਕਿ ਧਰਤੀ ਦੀ ਸਤ੍ਹਾ ਦਾ ਖੇਤਰਫਲ ਕਿੰਨਾ ਆ ਗਿਆ 4 ਪਾਈ ਆਰ ਸਕੁਏਅਰ, ਕਿਉਂਕਿ ਇਹਦਾ ਸਾਨੂੰ ਆਰ ਜਿਹੜਾ ਅਰਧ ਵਿਆਸ ਅਸੀਂ ਮੰਨ ਹੀ ਲਿਆ ਕਿ ਆਰ ਹੈਗਾ। ਹੁਣ ਚੰਨ ਦਾ ਵਿਆਸ ਕੁਐਸਚਨ ਦੇ ਵਿੱਚ ਕੁਝ ਪੁੱਛਿਆ ਗਿਆ ਹੈ, ਬਹੁਤ ਇੰਪੋਰਟੈਂਟ ਲਾਈਨ ਹੈ ਕਿ ਸਵਾਲ ਦੇ ਅਨੁਸਾਰ ਸਾਨੂੰ ਦਿੱਤਾ ਹੋਇਆ ਕਿ ਚੰਨ ਦਾ ਵਿਆਸ ਬੱਚਿਓ ਕਿੰਨਾ ਆ। ਚੰਨ ਦਾ ਵਿਆਸ ਤੇ ਹੋਣਾ ਚਾਹੀਦਾ ਹੈ ਧਰਤੀ ਦੇ ਵਿਆਸ ਦਾ 1/4। ਹੁਣ ਧਰਤੀ ਦਾ ਵਿਆਸ ਕਿੰਨਾ ਹੈ? ਜੇ ਤੇ ਸਾਡੇ ਕੋਲ ਧਰਤੀ ਦਾ ਅਰਧ ਵਿਆਸ ਆਰ ਹੈ ਤੇ ਇਹਦਾ ਫਿਰ ਵਿਆਸ ਬੱਚਿਓ ਕਿੰਨਾ ਹੋਏਗਾ? ਇਹ ਹੋਏਗਾ ਦੁੱਗਣਾ, ਅਰਧ ਵਿਆਸ ਦਾ ਦੁੱਗਣਾ। ਇਸ ਕਰਕੇ ਬੱਚਿਓ ਅਸੀਂ ਇੱਥੇ 2r ਫਿਲ ਕੀਤਾ। ਠੀਕ ਹੈ, ਤੇ ਚੰਨ ਦਾ ਵਿਆਸ ਹੋ ਜਾਏਗਾ 2r/4, ਕਿਉਂਕਿ ਚੌਥਾਈ ਭਾਗ ਹੈ ਧਰਤੀ ਦਾ ਚੌਥਾਈ। ਠੀਕ ਹੈ, ਇਹਨੂੰ ਅਸੀਂ ਥੋੜਾ ਜਿਹਾ ਸੋਲਵ ਕੀਤਾ, 2 ਤੇ 4 ਕਰਕੇ ਇਹ ਸਾਡੇ ਕੋਲ ਆ ਗਿਆ r/2। ਲੇਕਿਨ ਜਦੋਂ ਅਸੀਂ ਚੰਨ ਦੀ ਸਤ੍ਹਾ ਦਾ ਖੇਤਰਫਲ ਕੱਢਣਾ ਹੈ, 4 ਪਾਈ ਆਰ ਸਕੁਏਅਰ ਲਗਾਉਣਾ ਹੈ, ਅਰਧ ਵਿਆਸ ਲਾਉਣਾ। ਠੀਕ ਹੈ, ਇਹ ਸਾਡੇ ਕੋਲ ਹੈਗਾ ਵਿਆਸ, ਤੇ ਹੁਣ ਅਸੀਂ ਪਹਿਲੇ ਅਰਧ ਵਿਆਸ ਕੱਢਾਂਗੇ, ਤੇ ਅਰਧ ਵਿਆਸ ਸਾਡੇ ਕੋਲ ਆ ਜਾਏਗਾ r/4, ਕਿਉਂਕਿ r/2 ਅਸੀਂ ਫਿਰ ਉਹਨੂੰ ਅੱਧਾ ਕਰਨਾ ਹੈ। ਇਹ ਤੇ ਸਾਡੇ ਕੋਲ ਹੈਗਾ ਵਿਆਸ, ਵਿਆਸ ਦਾ ਅੱਧਾ ਕੀਤਾ ਫਿਰ ਅਰਧ ਵਿਆਸ ਬਣਨਾ, ਇਸ ਕਰਕੇ ਬੱਚਿਓ ਅਸੀਂ ਇੱਥੇ ਲਗਾਉਂਦੇ ਹਾਂ r/4। ਠੀਕ ਹੈ, ਹੁਣ ਅਸੀਂ ਕੀ ਕਰਨਾ ਹੈ, ਇਹਨਾਂ ਸਾਰੀਆਂ ਟਰਮਸ ਨੂੰ ਮੈਂ ਦੁਬਾਰਾ ਦੱਸ ਦਿੰਦੀ ਹਾਂ ਤੁਹਾਨੂੰ ਕਿ ਅਸੀਂ ਕੀ ਕੀਤਾ। ਚੰਨ ਦਾ ਖੇਤਰਫਲ ਕੱਢਿਆ। ਚੰਨ ਦੇ ਖੇਤਰਫਲ ਵਾਸਤੇ ਸਾਨੂੰ ਇੱਥੇ ਫਾਰਮੂਲੇ ਦੇ ਵਿੱਚ ਚਾਹੀਦਾ ਸੀਗਾ 4 ਪਾਈ ਆਰ ਸਕੁਏਅਰ। ਆਰ ਜਿੱਥੇ ਅਰਧ ਵਿਆਸ ਹੋਣਾ ਚਾਹੀਦਾ ਸੀਗਾ, ਪਹਿਲੇ ਅਸੀਂ ਬਣਾ ਲਿਆ ਧਰਤੀ ਦੇ ਵਿਆਸ ਨਾਲੋਂ ਚੁਗਣਾ 1/4, ਫਿਰ ਇਹਨੂੰ ਸੋਲਵ ਕੀਤਾ, ਇਹ ਆਨਸਰ ਬਣ ਗਿਆ ਸਾਡੇ ਕੋਲ r/2। ਇਹ ਸੀਗਾ ਵਿਆਸ, ਮਤਲਬ ਡੀ ਦੀ ਕੀਮਤ। ਠੀਕ ਹੈ, ਇੱਥੇ ਵਿਆਸ ਲਿਖ ਦਿੰਦੇ ਹਾਂ। ਅਰਧ ਵਿਆਸ ਬਣ ਗਿਆ ਸਾਡੇ ਕੋਲ r/4। ਇਹ ਜਿਹੜਾ r/4 ਹੈ ਉਹ ਅਸੀਂ ਇੱਥੇ ਫਿਲ ਕਰਨ ਲੱਗੇ ਹਾਂ। ਠੀਕ ਹੈ, ਇਹ ਸਾਡੇ ਕੋਲ r/4 ਦੀ ਜਦੋਂ ਪਾਵਰ 2 ਕਰਾਂਗੇ ਇਹ ਬਣ ਜਾਏਗਾ r ਦੀ ਪਾਵਰ 2/16, ਤੇ ਕੁਐਸਚਨ ਦੇ ਵਿੱਚ ਫਿਰ ਸਾਡੇ ਕੋਲ ਫਾਈਨਲ ਬਣ ਗਿਆ 4 ਦੇ ਨਾਲੇ 16 ਕੱਟੇ ਗਏ, ਆਨਸਰ ਆ ਗਿਆ ਪਾਈ ਆਰ ਸਕੁਏਅਰ/4। ਠੀਕ ਹੈ, ਸਾਡੇ ਕੋਲ ਆ ਗਿਆ ਚੰਨ ਦਾ ਖੇਤਰਫਲ ਪਾਈ ਆਰ ਸਕੁਏਅਰ/4। ਹੁਣ ਅਸੀਂ ਇਹਨਾਂ ਦੇ ਖੇਤਰਫਲਾਂ ਦੇ ਅਨੁਪਾਤ ਕੱਢਣੇ ਹਨ। ਅਸੀਂ ਕੀ ਕਰਨਾ ਹੈ, ਚੰਨ ਦੀ ਸਤ੍ਹਾ ਦਾ ਖੇਤਰਫਲ ਤੇ ਧਰਤੀ ਦੀ ਸਤ੍ਹਾ ਦਾ ਖੇਤਰਫਲ ਕੱਢ ਲਾਂਗੇ। ਠੀਕ ਹੈ, ਜੋ ਵੀ ਅਸੀਂ ਲਿਖਿਆ ਹੈ ਉਹਨੂੰ ਅਸੀਂ ਸਿਸਟਮੈਟਿਕਲੀ ਇੱਥੇ ਥੋੜ੍ਹਾ ਲਿਖ ਲੈਂਦੇ ਹਾਂ। ਕੀ ਲਿਖਿਆ ਹੋਇਆ ਸੀ, ਪਹਿਲੇ ਉੱਪਰ ਅਸੀਂ ਚੰਨ ਦਾ ਖੇਤਰਫਲ ਲਿਖਣਾ ਸੀਗਾ, ਉਹ ਅਸੀਂ ਕੱਢ ਲਿਆ ਸੀਗਾ ਹੁਣੇ ਪਾਈ ਆਰ ਸਕੁਏਅਰ/4। ਇਸ ਤੋਂ ਬਾਅਦ ਅਸੀਂ ਕੱਢਿਆ ਸੀ ਧਰਤੀ ਦਾ ਖੇਤਰਫਲ 4 ਪਾਈ ਆਰ ਸਕੁਏਅਰ। ਦੋਨਾਂ ਨੂੰ ਕੈਂਸਲ ਕਰਕੇ ਦੇਖੋ ਜ਼ਰਾ, ਕੋਈ ਟਰਮ ਕੈਂਸਲ ਹੁੰਦੀ ਹੈ, ਪਾਈ ਆਰ ਸਕੁਏਅਰ ਤੇ ਪਾਈ ਆਰ ਸਕੁਏਅਰ ਕੈਂਸਲ ਹੋ ਗਿਆ, ਸਾਡੇ ਕੋਲ ਕੀ ਬਚ ਗਿਆ 1/4
ਹੇਠਾਂ ਬਚ ਗਿਆ ਇਕੱਲਾ 4 ਤੇ ਇੱਥੋਂ ਸਾਡੇ ਕੋਲ ਆ ਗਿਆ 4 ਚੁੱਕੇ 16 1/16 ਜਿਹੜਾ ਕਿ ਇਹਦੇ ਬਰਾਬਰ ਹੁੰਦਾ ਹੈ 1:16 ਦੇ। ਠੀਕ ਹੈ ਬੱਚਿਓ, ਇਹ ਸੀਗਾ ਸਾਡਾ ਇਹ ਵਾਲਾ ਕੁਐਸਚਨ 3rd। ਹੁਣ ਅਸੀਂ ਅਸਾਈਨਮੈਂਟ ਦੇ ਹੇਠਾਂ ਜਿਹੜੇ ਪੈਸ ਦੇ ਕੁਐਸਚਨਸ ਨੇ ਉਹਨਾਂ ਨੂੰ ਸੋਲਵ ਕਰਨ ਲੱਗੇ ਹਾਂ। ਪਹਿਲਾ ਕੁਐਸਚਨ ਹੈ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਬਹੁਤ ਈਜ਼ੀ ਹੈ, ਫਾਰਮੂਲਾ ਲੱਭਣਾ ਸੀ। ਕਿਹੜਾ ਫਾਰਮੂਲਾ? ਏ ਦੇ ਵਿੱਚ ਲਿਖਿਆ ਹੋਇਆ 2πr, ਬੀ 'ਚ 4πr²। ਆਹੀ ਸਾਡਾ ਫਾਰਮੂਲਾ ਹੈ। ਇਹਦਾ ਮਤਲਬ ਪਹਿਲਾ ਕੁਐਸਚਨ ਦਾ ਆਨਸਰ ਕੀ ਆ ਗਿਆ? ਆਪਸ਼ਨ ਨੰਬਰ ਬੀ, ਗੋਲੇ ਦੀ ਸਤ੍ਹਾ ਦਾ ਖੇਤਰਫਲ 4πr²। ਅਗਲਾ ਕੁਐਸਚਨ ਹੈ ਸੈਕਿੰਡ ਪੈਸ ਦਾ, ਗੋਲੇ ਦਾ ਅਰਧ ਵਿਆਸ ਪਤਾ ਕਰੋ ਜੇਕਰ ਇਸ ਦੀ ਸਤ੍ਹਾ ਦਾ ਖੇਤਰਫਲ 154 ਵਰਗ ਸੈਂਟੀਮੀਟਰ ਹੋਵੇ। ਹੁਣ ਸਾਨੂੰ ਖੇਤਰਫਲ ਪਹਿਲੇ ਹੀ ਦਿੱਤਾ ਹੋਇਆ ਤੇ ਫਿਰ ਪਹਿਲਾ ਸਟੈਪ ਬੱਚਿਓ ਕੀ ਆ ਜਾਏਗਾ? ਇਹਦੇ ਨਾਲ ਦੇ ਅਸੀਂ ਸਵਾਲ ਪਹਿਲੇ ਵੀ ਕਰ ਚੁੱਕੇ ਹਾਂ ਕਿ ਗੋਲੇ ਦੀ ਸਤ੍ਹਾ ਦਾ ਖੇਤਰਫਲ ਸਾਨੂੰ ਪਹਿਲੇ ਦਿੱਤਾ ਹੋਇਆ 154 ਸੈਂਟੀਮੀਟਰ ਵਰਗ ਸੈਂਟੀਮੀਟਰ। ਸਾਨੂੰ ਫਾਰਮੂਲੇ ਵਾਈਜ਼ ਪਤਾ ਆ ਕਿ 4πr² 154 ਦੇ ਬਰਾਬਰ ਹੈ। ਇੱਥੋਂ ਅਸੀਂ ਬੱਚਿਓ r ਦੀ ਵੈਲਿਊ ਕੱਢ ਲੈਣੀ ਹੈ। ਪਾਈ ਦੀ ਜਗ੍ਹਾ 'ਤੇ 22/7 ਲਗਾ ਲਿਆ। ਠੀਕ ਹੈ, r ਨੂੰ ਸਿਰਫ ਅਸੀਂ ਇੱਧਰ ਰੱਖਿਆ। 154 ਤੋਂ ਬਾਅਦ 22/7 ਵੀ ਇੱਧਰ ਚਲ ਗਿਆ, ਬਣ ਗਿਆ 7/22। 4 ਵੀ ਉੱਧਰ ਚਲ ਗਿਆ, ਬਣ ਗਿਆ 1/4। ਹੁਣ ਸਾਡੇ ਕੋਲ ਇਹਨਾਂ ਸਾਰਿਆਂ ਨੂੰ ਸੋਲਵ ਕਰਕੇ r² ਦੀ ਵੈਲਿਊ ਆ ਗਈ, ਵੈਲਿਊ 49/4। ਠੀਕ ਹੈ, ਅਤੇ ਫਿਰ ਇਕੱਲਾ r ਕਿਹਦੇ ਬਰਾਬਰ ਬਣ ਗਿਆ? 49/4 ਨੂੰ ਵਰਗਮੂਲ 'ਚ ਲਿਖ ਲਿਆ ਸੀ, ਵਰਗਮੂਲ ਕਰ ਲਿਆ, ਇਹ ਬਣ ਗਿਆ 7/2। ਹੁਣ 7/2 ਦੇਖੋ ਕਿਹੜੇ ਆਨਸਰ ਦੇ ਵਿੱਚ ਲਿਖਿਆ ਹੋਇਆ? ਇਹ ਹੈਗਾ ਸਾਡੇ ਕੋਲ ਬੀ ਆਪਸ਼ਨ, ਨਹੀਂ ਬੀ ਤੇ ਹੈਗੀ ਹੈ ਸਾਡੇ ਕੋਲ 7/2 ਵਰਗ ਸੈਂਟੀਮੀਟਰ। ਇਹ ਵਰਗ ਸੈਂਟੀਮੀਟਰ ਜਿਹੜਾ ਇਹ ਤੇ ਖੇਤਰਫਲਾਂ ਦੀ ਇਕਾਈ ਹੁੰਦੀ ਹੈ, ਇਹ ਤੇ ਫਿਰ ਨਹੀਂ ਆਏਗਾ ਆਨਸਰ। ਇਹ ਦੇਖੋ ਸੀ ਆਪਸ਼ਨ 7/2 ਸੈਂਟੀਮੀਟਰ, ਕਿਉਂਕਿ ਜਿਹੜੀ ਇਕਾਈ ਹੈ, ਠੀਕ ਹੈ, ਅਰਧ ਵਿਆਸ ਦੀ ਇਕਾਈ ਹੈ, ਉਹ ਜੇ ਖੇਤਰਫਲ ਜਿਸ ਵਰਗ ਸੈਂਟੀਮੀਟਰ ਵਿੱਚ ਹੈ ਅਤੇ ਅਰਧ ਵਿਆਸ ਦੇ ਵਿੱਚ ਸਿਰਫ ਸੈਂਟੀਮੀਟਰ ਵਿੱਚ ਹੋਏਗਾ। ਅਤੇ ਅਸੀਂ ਫਿਰ ਰਾਈਟ ਆਪਸ਼ਨ ਸਾਡੇ ਕੋਲ ਆਏਗੀ ਇੱਥੇ, ਕਿਹੜੀ ਆਪਸ਼ਨ ਆਏਗੀ? ਆਪਸ਼ਨ ਨੰਬਰ ਸੀ 7/2 ਵਰਗ ਸੈਂਟੀਮੀਟਰ। ਬੱਚਿਓ, ਇਹ ਸੀਗੀ ਅੱਜ ਦੀ ਸਾਡੀ ਅਸਾਈਨਮੈਂਟ, ਜਿਹਦੇ ਵਿੱਚ ਅਸੀਂ ਗੋਲੇ ਦੇ ਬਾਰੇ ਪੜ੍ਹਿਆ ਕਿ ਗੋਲਾ ਇੱਕ 3D ਵਸਤੂ ਹੈ, ਇੱਕ 3D ਆਬਜੈਕਟ ਹੈ, ਜਿਸ ਦੇ ਸਤ੍ਹਾ ਦੇ ਖੇਤਰਫਲ ਦਾ ਫਾਰਮੂਲਾ ਹੈ 4πr²। ਬੱਚਿਓ, ਮੈਨੂੰ ਆਸ ਹੈ ਕਿ ਤੁਸੀਂ ਹੁਣ ਇਹਦੇ ਨਾਲ ਦੇ ਸਾਰੇ ਕੁਐਸਚਨ ਜਿਹੜੇ ਬਾਕੀ ਰਹਿੰਦੇ ਨੇ ਐਕਸਰਸਾਈਜ਼ ਦੇ 13.4 ਦੇ, ਸਾਰੇ ਹੀ ਆਪਣੇ ਆਪ ਕੁਐਸਚਨ ਸੋਲਵ ਕਰੋਗੇ। ਥੈਂਕ ਯੂ ਸੋ ਮਚ।